Hello everybody, myself Assistant Professor Harpreet Kaur from Krishna College of Higher Education, Ralli Bullada. Welcome back to Computer Network course, and our today's topic is OSI reference model. Full form of OSI is Open System Interconnection. This model is developed by International Standard Organization ISO. OSI reference model allows open communication between different systems without requiring changes to the logic of the underlying hardware and software. OSI model has 7 layers. Number 1 is physical layer, then data link layer, network layer, transport layer, session layer, presentation layer, and application layer. Physical layer is the lowest and first layer of the OSI model. Physical layer is the bottom, or you can say that layer 1 of the OSI model. अगर ਆਪਾਂ ਫਿਜ਼ੀਕਲ ਲੇਅਰ ਦੀ ਰਿਸਪੌਂਸਿਬਿਲਟੀ ਦੀ ਗੱਲ ਕਰੀਏ ਤਾਂ ਫਿਜ਼ੀਕਲ ਲੇਅਰ ਕੀ ਕਰਦੀ ਹੈਗੀ ਹੈ, ਇਹ ਫਿਜ਼ੀਕਲ ਕਨੈਕਸ਼ਨ ਐਸਟੈਬਲਿਸ਼ ਕਰਦੀ ਹੈਗੀ ਹੈ ਅਲੱਗ-ਅਲੱਗ ਤਰ੍ਹਾਂ ਦੇ ਡਿਵਾਈਸਿਸ ਦੇ ਵਿੱਚ। ਮਤਲਬ ਸਾਰੇ ਡਿਵਾਈਸਿਸ ਫਿਜ਼ੀਕਲੀ ਕਿਸ ਤਰੀਕੇ ਨਾਲ ਕਨੈਕਟ ਹੁੰਦੇ ਹੈਗੇ ਨੇ, ਕਨੈਕਸ਼ਨ ਐਸਟੈਬਲਿਸ਼ ਕਰਨ ਦਾ ਕੰਮ ਕਰਦੀ ਹੈਗੀ ਹੈ। ਫਿਜ਼ੀਕਲ ਕਨੈਕਸ਼ਨ ਆਪਾਂ ਕਾਹਦੇ ਥਰੂ ਇਸਟੈਬਲਿਸ਼ ਕਰ ਸਕਦੇ ਹਾਂ, ਡਿਫਰੈਂਟ ਤਰ੍ਹਾਂ ਦੇ ਵਾਇਰਡ ਮੀਡੀਆ ਦੇ ਥਰੂ ਵੀ ਕਨੈਕਸ਼ਨ ਇਸਟੈਬਲਿਸ਼ ਕੀਤਾ ਜਾ ਸਕਦਾ ਅਤੇ ਵਾਇਰਲੈਸ ਮੀਡੀਆ ਦੇ ਥਰੂ ਵੀ ਕਨੈਕਸ਼ਨ ਇਸਟੈਬਲਿਸ਼ ਕੀਤਾ ਜਾ ਸਕਦਾ। ਯਾਨੀ ਕਿ ਟਵਿਸਟਡ ਪੇਅਰ ਕੇਬਲ, ਫਾਈਬਰ ਆਪਟਿਕਸ, ਕੋਕਸੀਅਲ ਕੇਬਲ ਦੇ ਥਰੂ ਵੀ ਆਪਾਂ ਕਨੈਕਸ਼ਨ ਇਸਟੈਬਲਿਸ਼ ਕਰ ਸਕਦੇ ਹਾਂ, ਜਾਂ ਵਾਇਰਲੈਸ ਮੀਡੀਆ ਦੇ ਥਰੂ ਵੀ ਆਪਾਂ ਸਾਰਾ ਦਾ ਸਾਰਾ ਕਨੈਕਸ਼ਨ ਜੋ ਹੈਗਾ ਉਹ ਇਸਟੈਬਲਿਸ਼ ਕਰ ਸਕਦੇ ਹੈਗੇ ਹਾਂ। ਇਹਦੇ ਵਿੱਚ ਕੀ ਹੁੰਦਾ ਹੈਗਾ, ਇਹ ਜਿੰਨਾ ਵੀ ਡਾਟਾ ਹੈਗਾ ਉਹਨੂੰ ਬਿਟਸ ਤੋਂ ਸਿਗਨਲਸ ਦੇ ਵਿੱਚ ਕਨਵਰਟ ਕਰਨ ਦਾ ਕੰਮ ਵੀ ਕਰਦੀ ਹੈਗੀ ਹੈ। ਮਤਲਬ ਆਪਾਂ 0 ਤੇ 1 ਦੀ ਫਾਰਮ ਦੇ ਵਿੱਚ ਡਾਟਾ ਸੈਂਡ ਕਰਦੇ ਹੈਗੇ ਆ ਤਾਂ ਉਹਨੂੰ ਸਿਗਨਲਸ ਦੇ ਵਿੱਚ ਕਨਵਰਟ ਕਰਨ ਦਾ ਕੰਮ ਵੀ ਫਿਜ਼ੀਕਲ ਲੇਅਰ ਹੈਗੀ ਹੈ ਜੋ ਕਰਦੀ ਹੈਗੀ ਹੈ, ਬਾਈ ਯੂਜ਼ਿੰਗ ਡਿਫਰੈਂਟ ਐਨਕੋਡਿੰਗ ਸਕੀਮਸ। ਫਿਜ਼ੀਕਲ ਲੇਅਰ ਦਾ ਹੋਰ ਕੰਮ ਕੀ ਹੈਗਾ, ਇਹ ਬਿਟ ਰੇਟ ਨੂੰ ਕੰਟਰੋਲ ਕਰਕੇ ਰੱਖਦੀ ਹੈਗੀ ਹੈ, ਯਾਨੀ ਕਿ ਟਰਾਂਸਮਿਸ਼ਨ ਰੇਟ ਨੂੰ ਦੱਸਦੀ ਹੈਗੀ ਹੈ ਕਿ ਕਿੰਨੀਆਂ ਨੰਬਰ ਆਫ ਬਿਟਸ ਆਪਾਂ 1 ਸੈਕਿੰਡ ਦੇ ਵਿੱਚ ਟਰਾਂਸਮਿਟ ਕਰ ਸਕਦੇ ਹੈਗੇ ਆ। ਬਿਟਸ ਦੀ ਡਿਊਰੇਸ਼ਨ ਵੀ ਆਪਾਂ ਨੂੰ ਇਹ ਦੱਸਦੀ ਹੈਗੀ ਹੈ। ਇਸ ਤੋਂ ਇਲਾਵਾ ਇਹ ਟਰਾਂਸਮਿਸ਼ਨ ਮੋਡਸ ਬਾਰੇ ਵੀ ਡਿਫਾਈਨ ਕਰਦੀ ਹੈਗੀ ਕਿ ਕਿਹੜੇ ਟਰਾਂਸਮਿਸ਼ਨ ਮੋਡ ਦੇ ਥਰੂ ਆਪਾਂ ਡਾਟਾ ਵਨ ਸਿਸਟਮ ਟੂ ਅਨਦਰ ਸਿਸਟਮ, ਡਾਟਾ ਦਾ ਫਲੋ ਕਿਹੜੇ ਟਰਾਂਸਮਿਸ਼ਨ ਮੋਡ ਦੇ ਥਰੂ ਹੋ ਰਿਹਾ ਹੈਗਾ, ਯਾਨੀ ਕਿ ਹਾਫ ਡਿਊਪਲੈਕਸ ਦੇ ਥਰੂ ਹੋ ਰਿਹਾ ਹੈ, ਜਾਂ ਫੁੱਲ ਡਿਊਪਲੈਕਸ ਦੇ ਥਰੂ ਹੋ ਰਿਹਾ ਹੈ, ਜਾਂ ਸਿੰਪਲੈਕਸ ਦੇ ਥਰੂ ਹੋ ਰਿਹਾ ਹੈ, ਉਹਨੂੰ ਡਿਫਾਈਨ ਕਰਦੀ ਹੈ। ਇਹ ਸਾਰੇ ਚੀਜ਼ਾਂ ਸਿੰਪਲੈਕਸ, ਹਾਫ ਡਿਊਪਲੈਕਸ, ਫੁੱਲ ਡਿਊਪਲੈਕਸ ਮੈਂ ਆਪਣੇ ਪ੍ਰੀਵੀਅਸ ਲੈਕਚਰ ਦੇ ਵਿੱਚ ਡਿਸਕਸ ਕਰ ਚੁੱਕੀ ਹਾਂ। ਇਸ ਤੋਂ ਬਾਅਦ ਇਹ ਫਿਜ਼ੀਕਲ ਟਪੋਲੋਜੀਜ਼ ਬਾਰੇ ਡਿਫਾਈਨ ਕਰਦੀ ਹੈਗੀ ਹੈ ਕਿ ਫਿਜ਼ੀਕਲੀ ਸਾਰੇ ਸਿਸਟਮਸ ਕਿਸ ਤਰੀਕੇ ਦੇ ਨਾਲ ਕਨੈਕਟ ਹੋਣਗੇ। ਬਸ ਟਪੋਲੋਜੀ ਵਰਤੀ ਜਾਏਗੀ ਜਾਂ ਸਟਾਰ ਟਪੋਲੋਜੀ ਵਰਤੀ ਜਾਏਗੀ ਜਾਂ ਮੈਸ਼ ਜਾਂ ਕਿਹੜੀ ਟਪੋਲੋਜੀ ਵਰਤੀ ਜਾਏਗੀ, ਉਹਦੇ ਬਾਰੇ ਇਹ ਡਿਫਾਈਨ ਕਰਦੀ ਹੈਗੀ ਹੈ। ਸੈਕਿੰਡ ਲੇਅਰ ਇਜ਼ ਯੂਅਰ ਡਾਟਾ ਲਿੰਕ ਲੇਅਰ। ਡਾਟਾ ਲਿੰਕ ਲੇਅਰ ਇਜ਼ ਦਾ ਸੈਕਿੰਡ ਲੇਅਰ ਆਫ ਦਾ OSI ਮਾਡਲ। ਇਹ ਲੇਅਰ ਦਾ ਕੀ ਕੰਮ ਹੈਗਾ, ਇਹ ਕੀ ਕਰਦੀ ਹੈਗੀ ਹੈ, ਇਹ ਡਾਟਾ ਨੂੰ ਰਿਸੀਵ ਕਰਦੀ ਹੈ ਨੈਟਵਰਕ ਲੇਅਰ ਤੋਂ ਅਤੇ ਫਰੇਮਸ ਕ੍ਰੀਏਟ ਕਰਦੀ ਹੈ। ਫਰੇਮਸ ਕ੍ਰੀਏਟ ਕਰਨ ਤੋਂ ਬਾਅਦ ਇਹ ਲੇਅਰ ਜਿਹੜੀ ਹੈਗੀ ਹੈ ਉਹਨਾਂ ਫਰੇਮਸ ਨੂੰ ਫਿਜ਼ੀਕਲ ਐਡਰੈਸ ਪ੍ਰੋਵਾਈਡ ਕਰਦੀ ਹੈ। ਸਾਰੇ ਫਰੇਮਸ ਨੂੰ ਫਿਜ਼ੀਕਲ ਐਡਰੈਸ ਪ੍ਰੋਵਾਈਡ ਕਰਨ ਤੋਂ ਬਾਅਦ ਦੈਨ ਇਹ ਲੇਅਰ ਕੀ ਕਰਦੀ ਹੈਗੀ ਹੈ, ਉਹਨਾਂ ਨੂੰ ਪਾਸ ਕਰਦੀ ਹੈਗੀ ਹੈ ਕਿਹੜੀ ਲੇਅਰ ਦੇ ਉੱਤੇ, ਫਿਜ਼ੀਕਲ ਲੇਅਰ ਦੇ ਉੱਤੇ ਉਹਨਾਂ ਨੂੰ ਪਾਸ ਕਰਦੀ ਹੈ। ਮਤਲਬ ਨੈਟਵਰਕ ਲੇਅਰ ਤੋਂ ਡਾਟਾ ਲੈਂਦੀ ਹੈਗੀ ਹੈ, ਉਹਨਾਂ ਦੇ ਫਰੇਮ ਕ੍ਰੀਏਟ ਕਰਦੀ ਹੈਗੀ ਹੈ, ਅਤੇ ਫਰੇਮ ਕ੍ਰੀਏਟ ਕਰਨ ਤੋਂ ਬਾਅਦ ਉਹਨਾਂ ਨੂੰ ਫਿਜ਼ੀਕਲ ਐਡਰੈਸ ਪ੍ਰੋਵਾਈਡ ਕਰਕੇ ਉਹਨੂੰ ਕਿੱਥੇ ਸੈਂਡ ਕਰਦੀ ਹੈਗੀ ਹੈ, ਫਿਜ਼ੀਕਲ ਲੇਅਰ ਦੇ ਉੱਤੇ ਸੈਂਡ ਕਰਨ ਦਾ ਕੰਮ ਕਰਦੀ ਹੈਗੀ ਹੈ। ਫਰੇਮਿੰਗ ਯਾਨੀ ਕਿ ਕਰਦੀ ਹੈਗੀ ਹੈ। ਇਹਦੀ ਰਿਸਪੌਂਸਿਬਿਲਿਟੀ ਕੀ ਹੈਗੀ ਹੈ ਕਿ ਵੱਡੇ ਜਿੰਨੇ ਵੀ ਬਿਟਸ ਦੀ ਫਾਰਮ ਦੇ ਵਿੱਚ ਡਾਟਾ ਹੁੰਦਾ ਹੈਗਾ ਉਹਨੂੰ ਸਮਾਲ ਯੂਨਿਟਸ ਦੇ ਵਿੱਚ ਡਿਵਾਈਡ ਕਰਨਾ, ਯਾਨੀ ਕਿ ਫਰੇਮਸ ਦੇ ਵਿੱਚ ਡਿਵਾਈਡ ਕਰਨਾ, ਅਤੇ ਫਿਜ਼ੀਕਲ ਐਡਰੈਸ ਪ੍ਰੋਵਾਈਡ ਕਰਨ ਦਾ ਕੰਮ ਵੀ ਕਰਦੀ ਹੈਗੀ ਹੈ। ਫਿਜ਼ੀਕਲ ਐਡਰੈਸ ਪ੍ਰੋਵਾਈਡ ਕਰਨ ਦਾ ਕੰਮ ਦਾ ਮਤਲਬ ਕੀ ਹੈਗਾ, ਜਦੋਂ ਕਹਿੰਦੇ ਆਪਾਂ ਇੱਕ ਫਰੇਮ ਕ੍ਰੀਏਟ ਕਰ ਲੈਂਦੇ ਹੈਗੇ ਹਾਂ ਤਾਂ ਡਾਟਾ ਲਿੰਕ ਲੇਅਰ ਕੀ ਕਰਦੀ ਹੈਗੀ ਹੈ, ਉਸ ਫਰੇਮ ਦੇ ਵਿੱਚ ਉਹਦਾ ਫਿਜ਼ੀਕਲ ਐਡਰੈਸ ਐਡ ਕਰਦੀ ਹੈ, ਯਾਨੀ ਕਿ ਮੈਕ ਐਡਰੈਸ ਐਡ ਕਰਦੀ ਹੈ। ਕਾਹਦਾ ਮੈਕ ਐਡਰੈਸ ਐਡ ਕਰਦੀ ਹੈ, ਸੈਂਡਰ ਦਾ ਅਤੇ ਰਿਸੀਵਰ ਦਾ। ਕਾਹਦੇ ਵਿੱਚ ਐਡ ਕਰਦੀ ਹੈ, ਉਸ ਫਰੇਮ ਦੇ ਹੈਡਰ ਦੇ ਵਿੱਚ ਐਡ ਕਰਦੀ ਹੈਗੀ ਹੈ। ਕਹਿੰਦੇ ਅਗਰ ਆਪਾਂ ਜਿਹੜੇ ਫਰੇਮ ਹੈਗੇ ਨੇ ਇਹ ਅਲੱਗ-ਅਲੱਗ ਤਰ੍ਹਾਂ ਦੇ ਸਿਸਟਮਸ ਨੂੰ ਸੈਂਡ ਕਰਨੇ ਹੋਣ ਜਾਂ ਡਿਫਰੈਂਟ ਤਰ੍ਹਾਂ ਦੇ ਨੈਟਵਰਕਸ ਦੇ ਉੱਤੇ ਸੈਂਡ ਕਰਨੇ ਹੋਣ ਤਾਂ ਇਹ ਲੇਅਰ ਕੀ ਕਰਦੀ ਹੈਗੀ ਹੈ, ਸੋਰਸ ਦਾ ਐਡਰੈਸ ਅਤੇ ਡੈਸਟੀਨੇਸ਼ਨ ਦਾ ਐਡਰੈਸ ਡਿਫਾਈਨ ਕਰਦੀ ਹੈ। ਇਹ ਸੋਰਸ ਦਾ ਐਡਰੈਸ ਕੀ ਹੈ ਅਤੇ ਡੈਸਟੀਨੇਸ਼ਨ ਦਾ ਐਡਰੈਸ ਕੀ ਹੈਗਾ।
ਇਸ ਤੋਂ ਬਾਅਦ ਇਸ ਲੇਅਰ ਦਾ ਕੀ ਕੰਮ ਹੈਗਾ, ਇਹ ਫਲੋ ਕੰਟਰੋਲ ਕਰਦੀ ਹੈਗੀ, ਡਾਟਾ ਦੇ ਫਲੋ ਨੂੰ ਕੰਟਰੋਲ ਕਰਦੀ ਹੈਗੀ ਹੈ। ਸੈਂਡਰ ਹੈ, ਇੱਕ ਰਿਸੀਵਰ ਹੈ, ਸੈਂਡਰ ਅਤੇ ਰਿਸੀਵਰ ਨੇ ਆਪਸ ਵਿੱਚ ਕਮਿਊਨੀਕੇਸ਼ਨ ਕਰਨੀ ਹੈਗੀ ਹੈ। ਅਗਰ ਸੈਂਡਰ ਫਾਸਟ ਹੋਊਗਾ ਤਾਂ ਰਿਸੀਵਰ ਨੂੰ ਪ੍ਰੋਬਲਮ ਆਊਗੀ, ਅਗਰ ਰਿਸੀਵਰ ਫਾਸਟ ਹੋਊਗਾ ਤਾਂ ਸੈਂਡਰ ਨੂੰ ਪ੍ਰੋਬਲਮ ਆਊਗੀ। ਤਾਂ ਇਸ ਕਰਕੇ ਦੋਨਾਂ ਦੇ ਵਿੱਚ ਡਾਟਾ ਦੇ ਫਲੋ ਨੂੰ ਮੇਨਟੇਨ ਕਰਕੇ ਰੱਖਣ ਦਾ ਕੰਮ ਕਰਦੀ ਹੈਗੀ ਹੈ, ਤਾਂ ਕਿ ਦੋਨਾਂ ਨੂੰ ਸੇਮ ਸਪੀਡ ਦੇ ਉੱਤੇ ਜੋ ਡਾਟਾ ਹੈਗਾ ਉਹ ਈਜ਼ੀਲੀ ਪ੍ਰੋਵਾਈਡ ਕੀਤਾ ਜਾ ਸਕੇ। ਇਸ ਤੋਂ ਬਾਅਦ ਐਰਰਸ ਨੂੰ ਫਾਈਂਡ ਆਊਟ ਕਰਨਾ, ਐਰਰਸ ਨੂੰ ਰੀਟਰਾਂਸਮਿਟ ਕਰਨਾ, ਮਤਲਬ ਜਿੰਨੇ ਵੀ ਐਰਰਸ ਆਏ ਨੇ ਜਾਂ ਡੈਮੇਜ ਜੋ ਵੀ ਤੁਹਾਡੇ ਕੋਲ ਡੈਮੇਜ ਫਰੇਮ ਹੈਗੇ ਨੇ ਉਹਨਾਂ ਨੂੰ ਰੀਟਰਾਂਸਮਿਟ ਕਰਨ ਦਾ ਕੰਮ ਕੌਣ ਕਰਦਾ ਹੈਗਾ, ਡਾਟਾ ਲਿੰਕ ਲੇਅਰ ਕਰਦੀ ਹੈ। ਇਸ ਤੋਂ ਬਾਅਦ ਫੀਡਬੈਕ ਪ੍ਰੋਵਾਈਡ ਕਰਨ ਦਾ ਕੰਮ ਕਰਦੀ ਹੈਗੀ ਹੈ। ਜਦੋਂ ਕਹਿੰਦੇ ਵੀ ਆਪਾਂ ਫਰੇਮਸ ਨੂੰ ਟਰਾਂਸਮਿਟ ਕਰ ਦਿੰਦੇ ਹੈਗੇ ਆ ਤਾਂ ਉਸ ਤੋਂ ਬਾਅਦ ਜਿਹੜਾ ਸਿਸਟਮ ਹੈਗਾ ਉਹ ਵੇਟ ਕਰਦਾ ਹੈਗਾ ਕਿ ਉਹ ਫਿਰ ਫਰੇਮ ਜਿਹੜੀ ਜਗ੍ਹਾ 'ਤੇ ਪਹੁੰਚਣਾ ਸੀਗਾ ਉੱਥੇ ਪਹੁੰਚਿਆ ਕਿ ਨਹੀਂ ਪਹੁੰਚਿਆ। ਜੇ ਪਹੁੰਚ ਗਿਆ ਤਾਂ ਉਹਦੀ ਇਕਨੋਲੇਜਮੈਂਟ ਦੀ ਉਹ ਵੇਟ ਕਰਦਾ ਵੀ ਇਕਨੋਲੇਜਮੈਂਟ ਆਏਗਾ, ਫਰੇਮ ਦੇ ਬਾਰੇ ਵੀ ਸਾਡੇ ਕੋਲ ਫਰੇਮ ਪਹੁੰਚ ਚੁੱਕਿਆ ਹੈਗਾ। ਤਾਂ ਮਤਲਬ ਇੱਕ ਫੀਡਬੈਕ ਲੈਣ ਦਾ ਕੰਮ ਵੀ ਕੌਣ ਕਰਦਾ ਹੈਗਾ, ਡਾਟਾ ਲਿੰਕ ਲੇਅਰ ਕਰਦੀ ਹੈ। ਥਰਡ ਲੇਅਰ ਇਜ਼ ਯੂਅਰ ਨੈਟਵਰਕ ਲੇਅਰ। ਨੈਟਵਰਕ ਲੇਅਰ ਇਜ਼ ਦਾ ਥਰਡ ਲੇਅਰ ਆਫ ਦਾ OSI ਮਾਡਲ। ਨੈਟਵਰਕ ਲੇਅਰ ਦੀ ਕੀ ਰਿਸਪੋਂਸੀਬਿਲਿਟੀ ਹੈਗੀ ਹੈ, ਇਹ ਸੋਰਸ ਤੋਂ ਡੈਸਟੀਨੇਸ਼ਨ ਤੱਕ ਪੈਕੇਟਸ ਨੂੰ ਮਲਟੀਪਲ ਨੈਟਵਰਕਸ ਦੇ ਉੱਤੇ ਡਿਲੀਵਰ ਕਰਨ ਦਾ ਕੰਮ ਕਰਦੀ ਹੈਗੀ ਹੈ। ਅਗਰ ਕਹਿੰਦੇ ਆਪਣੇ ਕੋਲ ਦੋ ਸਿਸਟਮਸ ਨੇ ਅਤੇ ਦੋਨੋਂ ਦੇ ਦੋਨੋਂ ਸਿਸਟਮ ਸੇਮ ਲਿੰਕ ਦੇ ਉੱਤੇ ਆਪਾਂ ਕਨੈਕਟ ਕੀਤੇ ਹੋਏ ਨੇ, ਦੈਨ ਆਪਾਂ ਨੂੰ ਕੋਈ ਲੋੜ ਨਹੀਂ ਹੁੰਦੀ ਹੈਗੀ ਨੈਟਵਰਕ ਲੇਅਰ ਦੀ। ਬਟ ਅਗਰ ਆਪਣੇ ਕੋਲ ਡਿਫਰੈਂਟ ਤਰ੍ਹਾਂ ਦੇ ਨੈਟਵਰਕਸ ਹੈਗੇ ਨੇ ਜਿਨ੍ਹਾਂ ਦੇ ਥਰੂ ਆਪਾਂ ਅਲੱਗ-ਅਲੱਗ ਮਤਲਬ ਡਿਵਾਈਸਿਸ ਦੇ ਥਰੂ ਆਪਾਂ ਕਨੈਕਟੀਵਿਟੀ ਕਰ ਰਹੇ ਹੈਗੇ, ਰਾਊਟਰ ਦੇ ਥਰੂ ਕਨੈਕਟੀਵਿਟੀ ਕਰ ਰਹੇ ਹਾਂ, ਡਿਫਰੈਂਟ ਤਰ੍ਹਾਂ ਦੇ ਨੈਟਵਰਕਸ ਨੂੰ ਕਨੈਕਟ ਕਰ ਰਹੇ ਹਾਂ, ਤਾਂ ਆਪਾਂ ਨੂੰ ਨੈਟਵਰਕ ਲੇਅਰ ਦੀ ਜਿਹੜੀ ਹੈ ਲੋੜ ਬਹੁਤ ਜ਼ਿਆਦਾ ਹੁੰਦੀ ਹੈਗੀ ਹੈ। ਮੇਨ ਇਹਦਾ ਕੰਮ ਕੀ ਹੈਗਾ, ਪੈਕੇਟਸ ਨੂੰ ਸੋਰਸ ਤੋਂ ਡੈਸਟੀਨੇਸ਼ਨ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ। ਅਤੇ ਜਿਹੜੀ ਨੈਟਵਰਕ ਲੇਅਰ ਹੁੰਦੀ ਹੈ ਇਹਦੇ ਵਿੱਚ ਲੌਜੀਕਲ ਐਡਰੈਸ ਹੁੰਦਾ ਹੈ। ਡਾਟਾ ਲਿੰਕ ਲੇਅਰ ਤਾਂ ਫਿਜ਼ੀਕਲ ਐਡਰੈਸ ਹੁੰਦਾ ਹੈਗਾ ਉਹਦੇ ਵਿੱਚ, ਬਟ ਨੈਟਵਰਕ ਲੇਅਰ ਦੇ ਵਿੱਚ ਕਿਹੜਾ ਹੁੰਦਾ ਹੈਗਾ, ਲੌਜੀਕਲ ਐਡਰੈਸ ਹੁੰਦਾ ਹੈਗਾ। ਜਿਹੜਾ ਕਾਹਦੇ ਨਾਲ ਡੀਲ ਕਰਦਾ ਹੈਗਾ, ਜਿਹੜਾ ਡਿਫਰੈਂਟ ਤਰ੍ਹਾਂ ਦੇ ਜਦੋਂ ਆਪਾਂ ਪੈਕੇਟ ਨੂੰ ਆਪਾਂ ਸੈਂਡ ਕਰਨਾ ਹੁੰਦਾ ਹੈਗਾ ਨੈਟਵਰਕ ਦੀਆਂ ਬਾਊਂਡਰੀਜ਼ ਤੋਂ ਬਾਹਰਲੀ ਸਾਈਡ, ਨੈਟਵਰਕ ਦੀਆਂ ਬਾਊਂਡਰੀਜ਼ ਦੇ ਵਿੱਚ ਨਹੀਂ ਆਪਾਂ ਕੋਈ ਵੀ ਪੈਕੇਟ ਡਿਲੀਵਰ ਕਰਨਾ, ਨੈਟਵਰਕ ਦੀਆਂ ਬਾਊਂਡਰੀਜ਼ ਤੋਂ ਬਾਹਰ ਆਪਾਂ ਕੋਈ ਵੀ ਜਿਹੜਾ ਹੈਗਾ ਪੈਕੇਟ ਉਹਨੂੰ ਡਿਲੀਵਰ ਕਰਨਾ ਚਾਹੁੰਦੇ ਹਾਂ ਤਾਂ ਉੱਥੇ ਆਪਾਂ ਨੂੰ ਕੀ ਕਰਨਾ ਪੈਂਦਾ ਹੈਗਾ, ਉੱਥੇ ਆਪਣੇ ਕੋਲ ਲੌਜੀਕਲ ਐਡਰੈਸ ਹੋਣਾ ਚਾਹੀਦਾ ਹੈਗਾ, ਕਾਹਦਾ, ਸੈਂਡਰ ਦਾ ਅਤੇ ਰਿਸੀਵਰ ਦਾ, ਤਾਂ ਕਿ ਆਪਾਂ ਉਹਨਾਂ ਨੂੰ ਡਾਟਾ ਜਿਹੜਾ ਹੈਗਾ ਜਾਂ ਜਿਹੜਾ ਪੈਕੇਟ ਹੈਗਾ ਇਹ ਸੈਂਡ ਕਰ ਸਕੀਏ। ਇਸ ਤੋਂ ਬਾਅਦ ਆਪਾਂ ਨੂੰ ਰੂਟਿੰਗ ਪ੍ਰੋਵਾਈਡ ਕਰਦੀ ਹੈਗੀ ਇੱਕ ਤਰ੍ਹਾਂ ਦਾ। ਨੈਟਵਰਕ ਲੇਅਰ ਇਜ਼ ਕੰਸਰਨਡ ਵਿਦ ਪ੍ਰੋਵਾਈਡਿੰਗ ਦਾ ਰੂਟਿੰਗ ਸਰਵਿਸਿਜ਼ ਆਲਸੋ। ਨੈਕਸਟ ਲੇਅਰ ਯਾਨੀ ਕਿ ਫੋਰਥ ਲੇਅਰ ਦੈਟ ਇਜ਼ ਕਾਲਡ ਯੂਅਰ ਟਰਾਂਸਪੋਰਟ ਲੇਅਰ। ਫੋਰਥ ਲੇਅਰ ਦਾ ਕੀ ਕੰਮ ਹੈਗਾ, ਇਹ ਵੀ ਸੋਰਸ ਤੋਂ ਲੈ ਕੇ ਡੈਸਟੀਨੇਸ਼ਨ ਤੱਕ ਕੀ ਡਿਲੀਵਰ ਕਰਨ ਦਾ ਕੰਮ ਕਰਦੀ ਹੈਗੀ ਹੈ, ਮੈਸੇਜਿਸ ਡਿਲੀਵਰ ਕਰਨ ਦਾ ਕੰਮ ਕਰਦੀ ਹੈ। ਸੋਰਸ ਪੁਆਇੰਟ ਤੋਂ ਲੈ ਕੇ ਡੈਸਟੀਨੇਸ਼ਨ ਪੁਆਇੰਟ ਤੱਕ ਸਾਰੇ ਮੈਸੇਜਿਸ ਨੂੰ ਡਿਲੀਵਰ ਕਰਦੀ ਹੈਗੀ ਹੈ। ਐਰਰਸ ਨੂੰ ਕੰਟਰੋਲ ਕਰਦੀ ਹੈਗੀ ਹੈ, ਫਲੋ ਨੂੰ ਕੰਟਰੋਲ ਕਰਦੀ ਹੈਗੀ, ਸੋਰਸ ਤੋਂ ਲੈ ਕੇ ਡੈਸਟੀਨੇਸ਼ਨ ਤੱਕ ਜਿੰਨਾ ਆਪਾਂ ਡਾਟਾ ਸੈਂਡ ਕਰਨਾ ਹੈਗਾ ਫਲੋ ਕੰਟਰੋਲ ਕਰਦੀ ਹੈ ਉਸ ਡਾਟਾ ਦਾ। ਅਤੇ ਆਪਾਂ ਟਰਾਂਸਪੋਰਟ ਲੇਅਰ ਨੂੰ ਕੀ ਕਹਿ ਸਕਦੇ ਹੈਗੇ ਆ, ਇਹਨੂੰ ਆਪਾਂ ਕਹਿ ਸਕਦੇ ਕਿ ਕੋਰ ਹੈਗੀ ਹੈ OSI ਮਾਡਲ ਦੀ। ਟਰਾਂਸਪੋਰਟ ਲੇਅਰ ਕੀ ਕਰਦੀ ਹੈ, ਇਹ ਜਿੰਨਾ ਵੀ ਮੈਸੇਜ ਆਉਂਦੇ ਹੈਗੇ ਨੇ ਇਹਦੇ ਕੋਲ ਉੱਪਰ ਵਾਲੀਆਂ ਲੇਅਰਸ ਤੋਂ ਜਿੰਨੇ ਵੀ ਮੈਸੇਜਿਸ ਆਉਂਦੇ ਹੈਗੇ ਨੇ ਉਹਨਾਂ ਨੂੰ ਪੈਕਟਸ ਵਿੱਚ ਡਿਵਾਈਡ ਕਰਦੀ ਹੈਗੀ ਹੈ ਅਤੇ ਦੁਬਾਰਾ ਉਹਨਾਂ ਨੂੰ ਰੀਅਸੈਂਬਲ ਕਰਦੀ ਹੈਗੀ ਹੈ। ਉਹਨਾਂ ਪੈਕਟਸ ਨੂੰ ਕਾਹਦੇ ਵਿੱਚ ਰੀਅਸੈਂਬਲ ਕਰਦੀ ਹੈਗੀ, ਮੈਸੇਜਿਸ ਦੇ ਵਿੱਚ ਰੀਅਸੈਂਬਲ ਕਰਨ ਦਾ ਕੰਮ ਟਰਾਂਸਪੋਰਟ ਲੇਅਰ ਕਰਦੀ ਹੈਗੀ ਹੈ। ਇਸ ਤੋਂ ਇਲਾਵਾ ਕਨੈਕਸ਼ਨ ਨੂੰ ਮੈਨੇਜ ਕਰਨ ਦਾ ਕੰਮ ਵੀ ਕਰਦੀ, ਕਨੈਕਸ਼ਨ ਅਸਟੈਬਲਿਸ਼ ਕਰਨਾ, ਮਤਲਬ ਤੁਸੀਂ ਜਦੋਂ ਵੀ ਡਾਟਾ ਸੈਂਡ ਕਰਨਾ ਹੈਗਾ ਤਾਂ ਕਨੈਕਸ਼ਨ ਅਸਟੈਬਲਿਸ਼ ਕਰਨਾ ਜਾਂ ਡਾਟਾ ਨੂੰ ਟਰਾਂਸਫਰ ਕਰਨਾ ਜਾਂ ਕਨੈਕਸ਼ਨ ਨੂੰ ਟਰਮੀਨੇਟ ਕਰਨ ਦਾ ਕੰਮ ਵੀ ਕਿਹਦਾ ਹੈਗਾ, ਟਰਾਂਸਪੋਰਟ ਲੇਅਰ ਦਾ ਹੈਗਾ। ਐਂਡ ਯੂਅਰ ਫਿਫਥ ਲੇਅਰ ਇਜ਼ ਅ ਸੈਸ਼ਨ ਲੇਅਰ। ਸੈਸ਼ਨ ਲੇਅਰ ਦਾ ਕੀ ਕੰਮ ਹੈਗਾ, ਸੈਸ਼ਨ ਲੇਅਰ ਆਪਾਂ ਨੂੰ ਇੱਕ ਸੈਸ਼ਨ ਨੂੰ ਮੇਨਟੇਨ ਕਰਨ ਦੇ ਵਿੱਚ ਹੈਲਪ ਕਰਦੀ ਹੈਗੀ, ਕਮਿਊਨੀਕੇਸ਼ਨ ਪ੍ਰੋਵਾਈਡ ਕਰਨ ਦੇ ਵਿੱਚ, ਦੋ ਡਿਵਾਈਸਿਸ ਦੇ ਵਿੱਚ ਕਮਿਊਨੀਕੇਸ਼ਨ ਐਸਟੈਬਲਿਸ਼ ਕਰਨ ਦਾ ਕੰਮ ਕੌਣ ਕਰਦਾ ਹੈਗਾ, ਸੈਸ਼ਨ ਲੇਅਰ ਕਰਦੀ ਹੈਗੀ ਹੈ। ਉਸ ਕਮਿਊਨੀਕੇਸ਼ਨ ਨੂੰ ਮੇਨਟੇਨ ਕਰਕੇ ਰੱਖਣਾ, ਇਹ ਸਾਰਾ ਕੰਮ ਕਿਹਦਾ ਹੈਗਾ, ਸੈਸ਼ਨ ਲੇਅਰ ਦਾ ਕੰਮ ਹੈਗਾ। ਯਾਨੀ ਕਿ ਐਸਟੈਬਲਿਸ਼ਮੈਂਟ, ਮੇਨਟੇਨੈਂਸ ਐਂਡ ਐਂਡਿੰਗ ਅ ਸੈਸ਼ਨ, ਇਹ ਸਾਰਾ ਕੰਮ ਸੈਸ਼ਨ ਲੇਅਰ ਦਾ ਹੈਗਾ। ਵੈਨ ਅ ਸੈਂਡਿੰਗ ਡਿਵਾਈਸ ਫਸਟ contact a receiving device, it send packet to establish communication and determines the order in which information will be sent. The receiver then sends back acknowledgement.
And next is your sixth layer is your presentation layer of the OSI model. ਇਹ ਲੇਅਰ ਦਾ ਕੀ ਕੰਮ ਹੈਗਾ, ਸਿੰਟੈਕਸ ਅਤੇ ਸਿਮੈਂਟਿਕਸ ਬਾਰੇ ਸਾਨੂੰ ਦੱਸਦੀ ਹੈਗੀ ਹੈ, ਰੂਲ ਐਂਡ ਰੈਗੂਲੇਸ਼ਨਸ ਵਗੈਰਾ ਪ੍ਰੋਵਾਈਡ ਆਪਾਂ ਨੂੰ ਕਰਦੀ ਹੈਗੀ ਹੈ, ਅਤੇ ਡਾਟਾ ਦੀ ਪ੍ਰੈਜੈਂਟੇਸ਼ਨ ਬਾਰੇ ਅਤੇ ਡਾਟਾ ਨੂੰ ਟਰਾਂਸਲੇਟ ਕਰਨ ਬਾਰੇ ਆਪਾਂ ਨੂੰ ਦੱਸਦੀ ਹੈਗੀ ਹੈ। ਇਸ ਲੇਅਰ ਦਾ ਮੇਨ ਫੰਕਸ਼ਨ ਕੀ ਹੁੰਦਾ ਹੈਗਾ, ਡਾਟਾ ਜਿਹੜਾ ਆਪਾਂ ਸੈਂਡ ਕਰਨਾ ਹੈਗਾ ਉਹ ਕਿਹੜੇ ਫਾਰਮੈਟ ਦੇ ਵਿੱਚ ਸੈਂਡ ਕਰਨਾ ਹੈਗਾ ਤਾਂ ਕਿ ਜਿਹੜਾ ਵੀ ਰਿਸੀਵਰ ਹੈਗਾ ਉਹਨੂੰ ਅੱਛੇ ਤਰੀਕੇ ਨਾਲ ਪ੍ਰੋਸੈਸ ਕਰ ਸਕੇ। ਪ੍ਰੈਜੈਂਟੇਸ਼ਨ ਲੇਅਰ ਕੀ ਕਰਦੀ ਹੈਗੀ ਹੈ, ਜਦੋਂ ਇਹ ਦੇਖਦੀ ਹੈਗੀ ਹੈ ਵੀ ਸੈਂਡਰ ਨੇ ਕੋਈ ਵੀ ਡਾਟਾ ਕਿਸੇ ਵੀ ਫਾਰਮੈਟ ਦੇ ਵਿੱਚ ਸੈਂਡ ਕੀਤਾ ਤਾਂ ਇਹ ਕੀ ਕਰਦੀ ਹੈਗੀ ਹੈ, ਉਹਨੂੰ ਇੱਕ ਕਾਮਨ ਫਾਰਮੈਟ ਦੇ ਵਿੱਚ ਕਨਵਰਟ ਕਰ ਲੈਂਦੀ ਹੈਗੀ ਹੈ। ਕਾਮਨ ਫਾਰਮੈਟ ਦੇ ਵਿੱਚ ਕਨਵਰਟ ਕਰਨ ਤੋਂ ਬਾਅਦ ਉਹ ਕਾਮਨ ਫਾਰਮੈਟ ਹੀ ਰਿਸੀਵਰ ਨੂੰ ਸੈਂਡ ਕਰ ਦਿੱਤਾ ਜਾਂਦਾ ਹੈ, ਅਤੇ ਰਿਸੀਵਰ ਆਪਣੇ ਅਕੋਰਡਿੰਗ ਜਿਹੜੇ ਵੀ ਫਾਰਮੈਟ ਵਿੱਚ ਉਸ ਡਾਟਾ ਨੂੰ ਜਾਂ ਉਸ ਨੂੰ ਚੇਂਜ ਕਰਨਾ ਚਾਹੁੰਦਾ ਹੈਗਾ ਤਾਂ ਉਹ ਆਪਣੇ ਅਕੋਰਡਿੰਗ ਆਪਣੇ ਫਾਰਮੈਟ ਦੇ ਵਿੱਚ ਉਸਨੂੰ ਚੇਂਜ ਕਰ ਸਕਦਾ ਹੈਗਾ। ਸੈਕਿੰਡ ਇਹਦਾ ਕੰਮ ਕੀ ਹੈਗਾ, ਡਾਟਾ ਇਨਕ੍ਰਿਪਟ ਕਰਨਾ, ਇਨਕ੍ਰਿਪਸ਼ਨ ਕਰਨਾ। ਇਨਕ੍ਰਿਪਸ਼ਨ ਦਾ ਮਤਲਬ ਹੁੰਦਾ ਹੈਗਾ ਕਿ ਆਪਾਂ ਇਨਫੋਰਮੇਸ਼ਨ ਨੂੰ ਹਾਈਡ ਕਰਕੇ ਰੱਖਣਾ ਤਾਂ ਕਿ ਹਰੇਕ ਪਰਸਨ ਉਸ ਇਨਫੋਰਮੇਸ਼ਨ ਨੂੰ ਨਾ ਦੇਖ ਸਕੇ, ਉਸ ਇਨਫੋਰਮੇਸ਼ਨ ਨੂੰ ਨਾ ਲੈ ਸਕੇ, ਤਾਂ ਇਨਕ੍ਰਿਪਟ ਕਰਦੀ ਹੈਗੀ। ਮਤਲਬ ਜਦੋਂ ਇੱਕ ਸੈਂਡਰ ਹੁੰਦਾ ਹੈ ਅਤੇ ਇੱਕ ਰਿਸੀਵਰ ਹੁੰਦਾ ਹੈ, ਸੈਂਡਰ ਡਾਟਾ ਸੈਂਡ ਕਰਦਾ ਹੈਗਾ ਇਨਕ੍ਰਿਪਟ ਕਰਕੇ, ਮਤਲਬ ਕੋਡਡ ਫੋਰਮ ਦੇ ਵਿੱਚ ਕਨਵਰਟ ਕਰਕੇ, ਅਤੇ ਜਦੋਂ ਰਿਸੀਵਰ ਤੱਕ ਉਹ ਜਾਂਦਾ ਹੈਗਾ ਉਹਦੇ ਕੋਲ ਆਪਣਾ ਕੋਈ ਨਾ ਕੋਈ ਉਹਦੇ ਕੋਲ ਆਪਣੀ ਕੀ ਹੁੰਦੀ ਹੈ ਜਿਹਦੇ ਨਾਲ ਉਹ ਡਿਕ੍ਰਿਪਟ ਕਰ ਲੈਂਦਾ ਹੈਗਾ। ਤਾਂ ਇਨਕ੍ਰਿਪਸ਼ਨ ਕਰਨ ਦਾ ਕੰਮ ਵੀ ਕੌਣ ਕਰਦਾ ਹੈਗਾ, ਪ੍ਰੈਜੈਂਟੇਸ਼ਨ ਲੇਅਰ ਕਰਦੀ ਹੈਗੀ ਹੈ। ਦੈਨ ਉਸ ਤੋਂ ਇਲਾਵਾ ਥਰਡ ਕੰਮ ਕੀ ਕਰਦੀ ਹੈ, ਡਾਟਾ ਨੂੰ ਕੰਪਰੈਸ ਕਰਨ ਦਾ, ਯਾਨੀ ਕਿ ਸ਼ਰਿੰਕ ਕਰਨ ਦਾ। ਲਾਰਜ ਡਾਟਾ ਨੂੰ ਸਮੋਲ ਪੀਸਿਸ ਦੇ ਵਿੱਚ ਕੰਪਰੈਸ ਕਰਨ ਦਾ ਕੰਮ ਵੀ ਕਿਹਦਾ ਹੈਗਾ, ਪ੍ਰੈਜੈਂਟੇਸ਼ਨ ਲੇਅਰ ਦਾ ਹੈਗਾ। ਇਹਨੂੰ ਕੰਪਰੈਸ ਕਿਉਂ ਕਰਦੀ ਹੈਗੀ, ਤਾਂ ਕਿ ਜਿਹੜਾ ਜਿੰਨਾ ਵੀ ਆਪਣੇ ਕੋਲ ਡਾਟਾ ਹੈਗਾ ਉਹਨੂੰ ਆਪਾਂ ਕੁਇਕਲੀ ਜਲਦੀ ਨੈਟਵਰਕ ਦੇ ਉੱਤੇ ਟਰਾਂਸਫਰ ਕਰ ਸਕੀਏ। ਐਂਡ ਯੂਅਰ ਲਾਸਟ ਲੇਅਰ ਇਜ਼ ਐਪਲੀਕੇਸ਼ਨ ਲੇਅਰ। ਐਪਲੀਕੇਸ਼ਨ ਲੇਅਰ ਇਜ਼ ਯੂਅਰ ਟੋਪ ਮੋਸਟ ਲੇਅਰ ਆਫ ਦਾ OSI ਮੋਡਲ। ਐਪਲੀਕੇਸ਼ਨ ਲੇਅਰ ਦੇ ਵਿੱਚ ਆਪਾਂ ਕੀ ਕਰ ਸਕਦੇ ਹੈਗੇ ਹਾਂ, ਇੰਟਰਫੇਸ ਪ੍ਰੋਵਾਈਡ ਕਰਦੀ ਹੈਗੀ ਹੈ ਐਪਲੀਕੇਸ਼ਨ ਯੂਜ਼ਰਸ ਨੂੰ, ਇੰਟਰਫੇਸ ਪ੍ਰੋਵਾਈਡ ਕਰਨ ਦਾ ਕੰਮ ਕਰਦੀ ਹੈਗੀ ਹੈ। ਮਤਲਬ ਇਸ ਲੇਅਰ ਦੇ ਉੱਤੇ ਜਿੰਨੇ ਵੀ ਯੂਜ਼ਰਸ ਹੁੰਦੇ ਨੇ ਉਹ ਮਤਲਬ ਇੰਟਰੈਕਟ ਕਰਦੇ ਹੈਗੇ ਨੇ, ਜਿਹੜਾ ਵੀ ਚੀਜ਼ ਤਿਆਰ ਹੋਈ ਉਹਦੇ ਨਾਲ ਇੰਟਰੈਕਟ ਕਰਨ ਦਾ ਕੰਮ ਕਰਦੇ ਹੈਗੇ ਨੇ। ਮੇਲ ਸਰਵਿਸਿਜ਼ ਵੀ ਇਹ ਲੇਅਰ ਜੋ ਹੈ ਪ੍ਰੋਵਾਈਡ ਕਰਦੀ ਹੈਗੀ ਹੈ। ਦਿਸ ਐਪਲੀਕੇਸ਼ਨ ਪ੍ਰੋਵਾਈਡ ਵੇਰੀਅਸ ਈਮੇਲ ਸਰਵਿਸਿਜ਼ ਸੱਚ ਐਸ ਈਮੇਲ ਫਾਰਵਰਡਿੰਗ ਜਾਂ ਸਟੋਰੇਜ ਕਰਨ ਦਾ ਕੰਮ ਕਰਦੀ ਹੈਗੀ ਹੈ, ਨੈਟਵਰਕ ਨੂੰ ਮੈਨੇਜ ਕਰਨ ਦਾ ਕੰਮ ਕਰਦੀ ਹੈਗੀ ਹੈ, ਫਾਈਲਸ ਨੂੰ ਟਰਾਂਸਫਰ ਕਰਨ ਦਾ ਕੰਮ ਕਰਦੀ ਹੈਗੀ ਹੈ, ਪਾਸਵਰਡ ਨੂੰ ਚੈੱਕ ਕਰਨ ਦਾ ਕੰਮ ਕਰਦੀ ਹੈਗੀ ਹੈ। ਇਹ ਸਾਰੇ ਕੰਮ ਕਿਹਦੇ ਹੈਗੇ ਨੇ, ਐਪਲੀਕੇਸ਼ਨ ਲੇਅਰ ਦੇ, ਵਿਚ ਇਜ਼ ਦਾ ਟੋਪ ਮੋਸਟ ਲੇਅਰ ਆਫ ਦਾ OSI ਮੋਡਲ ਐਂਡ ਲਾਸਟ ਲੇਅਰ ਆਫ ਦਾ OSI ਮੋਡਲ। ਸੋ ਅੱਗੇ ਇਸ ਡਾਇਗਰਾਮ ਦੇ ਵਿੱਚ ਵੀ ਤੁਹਾਨੂੰ ਕਾਫੀ ਅੱਛੇ ਤਰੀਕੇ ਨਾਲ ਡਿਫਾਈਨ ਕੀਤਾ ਹੋਇਆ ਕਿ ਫਿਜ਼ੀਕਲ ਲੇਅਰ ਹੈਗੀ ਜਿਹੜੀ ਬਿਟਸ ਦੀ ਫਾਰਮ ਦੇ ਵਿੱਚ ਡਾਟਾ ਟਰਾਂਸਫਰ ਕਰਦੀ ਹੈਗੀ ਹੈ। ਡਾਟਾ ਲਿੰਕ ਲੇਅਰ ਜਿਹੜੀ ਹੈਗੀ ਹੈ ਫਰੇਮਸ ਦੇ ਵਿੱਚ, ਯਾਨੀ ਕਿ ਸਮੋਲ ਪੀਸਿਸ ਦੇ ਵਿੱਚ ਡਾਟਾ ਟਰਾਂਸਫਰ ਕਰਦੀ ਹੈਗੀ ਹੈ। ਨੈਟਵਰਕ ਲੇਅਰ ਜਿਹੜੀ ਹੈਗੀ ਹੈ ਪੈਕਟਸ, ਜਿਹੜੇ ਛੋਟੇ ਫਰੇਮਸ ਹੈ ਉਹਨਾਂ ਨੂੰ ਇਕੱਠਾ ਕਰਕੇ ਪੈਕਟਸ ਦੀ ਫਾਰਮ ਦੇ ਵਿੱਚ ਡਾਟਾ ਨੂੰ ਭੇਜਦੀ ਹੈਗੀ ਹੈ। ਟਰਾਂਸਪੋਰਟ ਲੇਅਰ ਸੈਗਮੈਂਟਸ ਦੀ ਫਾਰਮ ਦੇ ਵਿੱਚ, ਸੈਸ਼ਨ ਲੇਅਰ ਪ੍ਰੈਜੈਂਟੇਸ਼ਨ ਅਤੇ ਐਪਲੀਕੇਸ਼ਨ ਜਿਹੜੇ ਹੈਗੇ ਨੇ ਇਹ ਡਾਟਾ ਦੀ ਫਾਰਮ ਦੇ ਵਿੱਚ ਸੈਂਡ ਕਰਦੀਆਂ ਨੇ। ਫਿਜ਼ੀਕਲ ਲੇਅਰ ਸਿਗਨਲਸ ਦੇ ਉੱਤੇ ਜਾਂ ਤੁਸੀਂ ਕਹਿ ਸਕਦੇ ਹੈਗੇ ਬਿਟਸ ਦੀ ਫਾਰਮ ਦੇ ਵਿੱਚ ਡਾਟਾ ਨੂੰ ਭੇਜਦੀ ਹੈਗੀ ਹੈ। ਸੋ ਇਹ ਡਾਇਗਰਾਮ ਤੁਹਾਨੂੰ ਸਾਰਾ ਕੁਝ ਡਿਫਾਈਨ ਕਰ ਰਹੀ ਹੈਗੀ ਹੈ ਅਬਾਊਟ OSI reference model. So thanks a lot for watching this video.